ਅਸੀਂ ਖਤੇ ਬਹੁਤ ਕਮਾਵੰਦੇ, ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਿਓ, ਹਉ ਪਾਪੀ ਵੱਡ ਗੁਨਾਹਗਾਰ। ਹਉ ਪਾਪੀ ਵੱਡ ਗੁਨਾਹਗਾਰ। ਸਤਿਗੁਰ ਕੀ ਮੂਰਤ ਹਿਰਦੈ ਵਸਾਈ, ਜੋ ਇੱਛੈ ਸੋਈ ਫਲ ਪਾਏ। ਸਾਚਾ ਸਾਹਿਬ ਕਿਰਪਾ ਕਰੈ, ਸੋ ਸੇਵਕ ਜਮ ਤੇ ਕੈਸਾ ਡਰੈ। ਸਾਚਾ ਸਾਹਿਬ ਕਿਰਪਾ ਕਰੈ, ਸੋ ਸੇਵਕ ਜਮ ਤੇ ਕੈਸਾ ਡਰੈ। ਧੰਨ ਵਾਹਿਗੁਰੂ ਸਾਹਿਬ ਜੀਓ। ਮੰਦੇ ਗੁਣਹੀਣੀ ਸੁਖ ਕੇਹੇ, ਪਿਰ ਰਲੀਆਂ ਰਸ ਮਾਨਸੀ। ਸਚੋ ਸ਼ਬਦ ਸੁਖ ਨੇਹੇ, ਰਹਾਉ ਪਿਰ ਪਰਦੇਸੀ ਜੇਥੀਐ। ਧਨ ਵਾਂਢੀ ਚੁਰੇ, ਜਿਉ ਜਲ ਥੋੜੈ ਮਛਲੀ ਕਰਨ ਪਲਾਵ ਕਰੇ। ਪਿਰ ਭਾਵੈ ਸੁਖ ਪਾਈਐ, ਜਾਂ ਆਪੇ ਨਦਰ ਕਰੇ। ਪਿਰ ਭਾਵੈ ਸੁਖ ਪਾਈਐ, ਜਾਂ ਆਪੇ ਨਦਰ ਕਰੇ। ਬੰਧਨ ਮੁਕਤ ਤੇ ਬੰਧਨਾਂ ਤੋਂ ਮੁਕਤੀ ਦਿਵਾਉਣ ਵਾਲੇ ਹਮੇਸ਼ਾ ਹਮੇਸ਼ਾ ਕਿਰਪਾਲੂ ਤੇ ਦਇਆ ਦੇ ਸਾਗਰ, ਆਵਣ ਜਾਣਾ ਸੰਸਾਰ ਵਿੱਚੋਂ ਖਤਮ ਕਰਕੇ ਸਦੀਵ ਕਾਲ ਸਾਡੇ ਮੂਲ ਪਰਮਾਤਮਾ ਵਿੱਚ ਮਿਲਾਉਣ ਵਾਲੇ ਪਰਮਾਤਮਾ ਦੇ ਸਰਗੁਣ ਸਰੂਪ ਸੱਚੇ ਠਾਕੁਰ ਪਾਰ ਬ੍ਰਹਮ ਸਵਰੂਪ ਧੰਨ ਧੰਨ ਗਰੀਬ ਨਵਾਜ ਮੇਹਰਾਂ ਦੇ ਘਰ ਸੱਚੇ ਸਤਿਗੁਰੂ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਅਗੰਮ ਅਪਾਰ ਗੁਰ ਕੀ ਮਹਿਮਾ ਅਗੰਮ ਹੈ ਕਿਆ ਕਥੇ ਕਥਨ ਹਾਰ। ਧੰਨ ਧੰਨ ਚਵਰ ਛਤਰ ਤਖਤ ਦੇ ਮਾਲਕ
ਬੇਅੰਤ ਵੱਡੀਆਂ ਵਡਿਆਈਆਂ ਦੇ ਮਾਲਕ, ਉੱਚੀ ਤੇ ਵੱਡੀ ਮਹਿਮਾ ਦੇ ਮਾਲਕ ਸੱਚੇ ਸਤਿਗੁਰੂ ਗਰੀਬ ਨਵਾਜ ਨੂੰ ਨਤਮਸਤਕ ਹੋ ਕੇ ਸਾਹਿਬ ਦੇ ਦਰਬਾਰ ਵਿੱਚ ਸੱਜ ਬੈਠੇ ਵੱਡ ਭਾਗੇ ਸਤ ਸੰਗੀ ਜਨੋ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਹੋਰਾਂ ਪਾਸੋਂ ਆਪਨੇ ਸਰਵਣ ਕੀਤਾ ਹੈ। ਹੁਣ ਰੋਜ਼ ਵਾਂਗ ਸੱਚੇ ਪਾਤਸ਼ਾਹ ਦੇ ਬਖਸ਼ੇ ਹੋਏ ਲੜੀਵਾਰ ਪਾਵਨ ਬਚਨਾਂ ਦੀ ਵਿਚਾਰ ਨਾਲ ਗਰੀਬ ਨਵਾਜ ਦੀ ਉੱਤਮ ਕਥਾ ਨਾਲ ਜੁੜੀਏ ਤੇ ਸੱਚੇ ਪਾਤਸ਼ਾਹ ਆਪ ਹੀ ਸਮਝ ਬਖਸ਼ਣ, ਸੋਝੀ ਪ੍ਰਦਾਨ ਕਰਨ ਤੇ ਗਰੀਬ ਨਵਾਜ ਦੀ ਪਾਵਨ ਪਵਿੱਤਰ ਵਿਚਾਰ ਸਾਡੇ ਮਲੀਨ ਹਿਰਦਿਆਂ ਵਿੱਚ ਵਸ ਜਾਏ। ਇਹ ਅਰਦਾਸ ਕਰਦਿਆਂ ਹੋਇਆਂ ਫਤਿਹ ਅਰਜ਼ ਕਰਦਾ ਜੀ। ਕਰੋ ਰਸਨਾ ਪਵਿੱਤਰ ਸਾਰੀ ਸੰਗਤ ਤੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਦੇ ਗੁਣਹੀਣੀ ਸੁਖ ਕੇਹੇ। ਸੱਚੇ ਪਾਤਸ਼ਾਹ ਜੀ ਬਚਨ ਫਰਮਾਉਂਦੇ ਹਨ। ਮੁੰਦੇ ਦਾ ਅਰਥ ਕਰਦੇ ਨੇ ਵਿਦਵਾਨ ਭੋਲੀ ਜੀਵ ਇਸਤਰੀ। ਆਪ ਜੀ ਕਹਿੰਦੇ ਨੇ ਗੁਣਹੀਣੀ, ਗੁਣਾਂ ਤੋਂ ਸਖਣੀਏ, ਭੋਲੀਏ ਜੀਵ ਇਸਤਰੀਏ। ਇੱਥੇ ਗੁਣ ਦਾ ਮਤਲਬ ਹੈ ਦੈਵੀ ਗੁਣ, ਜਿਹੜੇ ਬੰਦਗੀ ਕਰਕੇ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਹਿਰਦਿਆਂ ਦੇ ਵਿੱਚ ਵਸਦੇ ਹਨ। ਸਾਧ ਸੰਗਤ ਸਾਹਿਬ ਜੀ ਫਰਮਾਉਂਦੇ ਨੇ ਸੁਖ ਕੇ ਦੈਵੀ ਗੁਣ ਜਿਹੜਾ ਵਾਹਿਗੁਰੂ ਦੇ ਸਿਮਰਨ ਦੇ ਨਾਲ, ਪ੍ਰਭੂ ਦੀ ਬੰਦਗੀ ਦੇ ਨਾਲ ਹਿਰਦੇ ਦੇ ਵਿੱਚ ਆਉਂਦਾ ਹੈ। ਮੂਲ ਰੂਪ ਵਿੱਚ ਅਰਥ ਇਹ ਨਿਕਲਦਾ ਹੈ ਕਿ ਬੰਦਗੀ ਤੋਂ ਬਿਨਾਂ ਸੁਖ ਨਹੀਂ। ਆਤਮਿਕ ਸੁਖ ਦੀ ਪ੍ਰਾਪਤੀ ਪਰਮਾਤਮਾ ਦੇ ਭਜਨ ਤੋਂ ਬਿਨਾਂ, ਉਸ ਦੇ ਨਾਮ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਸਕਦੀ। ਸੱਚੇ ਪਾਤਸ਼ਾਹ ਮਹਾਰਾਜ ਨੇ ਬਾਣੀ ਦੇ ਵਿੱਚ ਬਹੁਤ ਵਾਰ-ਵਾਰ ਜ਼ੋਰ ਦੇ ਕੇ ਆਖਿਆ ਤੇ ਸਾਨੂੰ ਸਮਝਾਇਆ ਕਿ ਨਾਮ ਤੇ ਸਿਮਰਨ ਤੋਂ ਬਿਨਾਂ ਸੁਖ ਨਹੀਂ। ਧੰਨ ਗੁਰੂ ਸ਼ਹੀਦਾਂ ਦੇ ਸਰਤਾਜ ਦਾ ਇੱਕ ਬਚਨ ਹੈ ਭੈਰੋਂ ਰਾਗ ਦੇ ਅੰਦਰ। ਪੰਜਵੇਂ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਨੇ ਬਚਨ। ਸੱਚੇ ਪਾਤਸ਼ਾਹ ਨੇ ਸਾਧ ਸੰਗਤ ਉਪਦੇਸ਼ ਦਿੱਤਾ, ਸੁਖ ਨਾਹੀ ਬਹੁਤੇ ਧਨ ਖਾਟੇ। ਮਹਾਰਾਜ ਜੀ ਕਹਿੰਦੇ ਨੇ ਧਨ ਬਹੁਤ ਜ਼ਿਆਦਾ ਕਮਾ ਲਵੇ ਤੇ ਸੁਖੀ ਹੋ ਸਕਦਾ ਹੈ ਕੋਈ। ਜਿਵੇਂ ਕੋਈ ਮਿਲੀਅਨ ਬਿਲੀਅਨ ਪਤੀ ਹੋ ਜਾਏ, ਉਸ ਤੋਂ ਵੱਡਾ ਟ੍ਰਿਲੀਅਨ ਪਤੀ ਹੋ ਜਾਏ, ਹੋਰ ਵੱਡਾ ਹੋ ਜਾਏ। ਬਹੁਤਾ ਧਨ ਕਮਾ ਕੇ ਜਿਹੜਾ ਰੂਹਾਨੀ ਸੁੱਖ ਹੈ, ਆਤਮਿਕ ਸੁੱਖ ਹੈ, ਨਹੀਂ ਮਿਲ ਸਕਦਾ। ਚਾਹੇ ਸਾਰੀ ਦੁਨੀਆ ਦਾ ਧਨ ਉਹ ਕਮਾ ਲਵੇ, ਪਰ ਮਹਾਰਾਜ ਸਾਹਿਬ ਜਿਵੇਂ ਬਾਣੀ ਵਿੱਚ ਕਹਿੰਦੇ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਆਪਣੇ ਬਰਾਬਰ ਸੋਨਾ ਦਾਨ ਕਰੀ ਜਾਏ ਤੋਲ ਤੋਲ ਕੇ, ਤਾਂ ਵੀ ਸਾਧ ਸੰਗਤ ਵਾਹਿਗੁਰੂ ਦਾ ਨਾਮ ਸੱਚਾ ਸੁਖ ਨਹੀਂ ਮਿਲਦਾ। ਗਰੀਬ ਨਵਾਜ ਕਹਿੰਦੇ ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ। ਇਹ ਜਿਹੜਾ ਨਿਰਤ ਹੈ, ਨਿਰਤ ਦਾ ਮਤਲਬ ਨਾਚ, ਤੇ ਸਾਧ ਸੰਗਤ ਨਾਟੇ ਦਾ ਮਤਲਬ ਹੋ ਗਿਆ ਨਾਟਕ। ਇਹਦਾ ਅਰਥ ਇਹ ਨਿਕਲਿਆ ਵੀ ਜਿਵੇਂ ਅੱਜ ਦੇ ਵਕਤ ਵਿੱਚ ਐਂਟਰਟੇਨਮੈਂਟ ਦੇ ਸਾਧਨ ਜਿਹੜੇ ਹਨ, ਵੀ ਤਰ੍ਹਾਂ ਤਰ੍ਹਾਂ ਨਾਲ ਬੰਦਾ ਸੋਚਦਾ ਵੀ ਮੈਂ ਖੁਸ਼ ਹੋ ਸਕਾਂ, ਤਰ੍ਹਾਂ ਤਰ੍ਹਾਂ ਦੇ ਨਾਟਕ ਵੇਖੇ, ਹੋਰ ਬੜਾ ਕੁਝ ਵੇਖੇ, ਜਿਵੇਂ ਅੱਜ ਕੱਲ੍ਹ ਇੰਟਰਨੈਟ ਦੇ ਉੱਤੇ ਵੇਖਿਆ ਜਾਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦੇ ਵਿੱਚ ਵੀ ਸੁਖ ਨਹੀਂ ਹੈ। ਸੁਖ ਨਾਹੀ ਬਹੁ ਦੇਸ਼ ਕਮਾਏ। ਬਹੁ ਦੇਸ਼ ਕਮਾਏ ਦਾ ਮਤਲਬ ਹੈ ਬੜੇ ਦੇਸ਼ਾਂ ਉੱਤੇ ਕਾਬਜ ਹੋ ਜਾਏ, ਵੱਡਾ ਰਾਜਾ ਬਣ ਜਾਏ, ਜਿਹਨੂੰ ਆਖੀਦਾ ਮਹਾਰਾਜਾ। ਤੇ ਸਾਹਿਬ ਜੀ ਕਹਿੰਦੇ ਵੱਡਾ ਰਾਜਾ ਬਣ ਗਿਆ, ਪ੍ਰਤਾਪੀ ਰਾਜਾ ਬਣ ਗਿਆ, ਫਿਰ ਵੀ ਉਹਨੂੰ ਸੁਖ ਨਹੀਂ ਮਿਲ ਸਕਦਾ, ਉਹ ਦੁਖੀ ਰਹੇਗਾ। ਵੱਡੇ ਵੱਡੇ ਅਮੀਰਾਂ ਨੂੰ ਵੇਖ ਲਓ, ਚਿੰਤਾ ਵਿੱਚ ਗਰਸੇ ਨੇ। ਤੇ ਸਤਿਗੁਰੂ ਜੀ ਨੂੰ ਪੁੱਛੀਏ ਮਹਾਰਾਜ ਸੁਖ ਕਿਵੇਂ ਮਿਲਦਾ ਹੈ? ਤੇ ਸਾਹਿਬ ਜੀ ਕਹਿੰਦੇ ਹਨ, ਸਰਬ ਸੁਖਾਂ ਹਰ ਹਰ ਗੁਣ ਗਾਏ। ਸਾਰੇ ਸੁੱਖਾਂ ਦਾ ਮੂਲ ਹੈ ਜੋ ਸਾਡਾ ਪਰਮਾਤਮਾ ਹੈ, ਸਾਡਾ ਮੂਲ।
ਉਹੀ ਸੁੱਖਾਂ ਦਾ ਮੂਲ ਹੈ। ਉਹਦਾ ਨਾਮ ਜਪੇ ਤੋਂ ਬਿਨਾ ਸੁਖ ਨਹੀਂ ਮਿਲਦਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ, ਸਾਧ ਸੰਗਤ ਉਸ ਬ੍ਰਹਮ ਗਿਆਨੀ ਨੇ, ਗੁਰਮਤਿ ਦੇ ਮਾਰਤੰਡ ਨੇ ਇੱਕ ਬਚਨ ਲਿਖਿਆ ਵਾਰਾਂ ਦੇ ਵਿੱਚ। ਉਹਨਾਂ ਦੀਆਂ ਵਾਰਾਂ ਵਿੱਚ ਪੌੜੀ ਹੈ। ਭਾਈ ਸਾਹਿਬ ਜੀ ਕਹਿੰਦੇ ਹਨ ਕਿ ਰਤਨ ਮਣੀ ਗਲ ਬਾਂਦਰ ਹੈ, ਕਹੋ ਕੀਮ ਨਾ ਜਾਣੈ। ਗਲ ਦੇ ਵਿੱਚ ਬਾਂਦਰ ਦੇ ਰਤਨਾਂ ਦੀ ਮਣੀ ਪਾ ਦਈਏ, ਬਹੁਤ ਕੀਮਤੀ ਜਿਹੜੇ ਮੋਤੀ ਹੋਣ ਉਹਨਾਂ ਦੀ ਮਾਲਾ ਪਾ ਦਿੱਤੀ ਜਾਏ। ਬਾਂਦਰ ਨੂੰ ਵਿਚਾਰੇ ਨੂੰ ਕੀ ਉਸ ਗੱਲ ਦੀ ਸਾਧ ਸੰਗਤ ਭਾ। ਜਿਵੇਂ ਸਿਆਣੇ ਕਹਿੰਦੇ ਨਾ ਵੀ ਬਾਂਦਰ ਕੀ ਜਾਣੇ ਅਦਰਕ ਦਾ ਸਵਾਦ, ਉਹਨੂੰ ਕੀ ਪਤਾ ਮੋਤੀਆਂ ਦੀ ਹੀਰਿਆਂ ਦੀ ਜੜੀ ਹੋਈ ਮਾਲਾ ਜੋ ਗਲ ਦੇ ਵਿੱਚ ਉਹਦੇ ਹਾਰ ਪਾ ਦਿੱਤਾ, ਉਹ ਕਦਰਦਾਨੀ ਨਹੀਂ, ਕਿਉਂਕਿ ਉਹਨੂੰ ਸਮਝ ਨਹੀਂ। ਇਹਦੇ ਸਮਝ ਦੇ ਉੱਤੇ ਵੀ ਨਿਰਭਰ ਕਰਦਾ ਹੈ ਨਾ ਵੀ ਸਮਝ ਕਿੰਨੀ ਦਿੱਤੀ ਹੈ ਰੱਬ ਨੇ। ਮਨੁੱਖ ਨੂੰ ਸਮਝ ਦਿੱਤੀ ਹੈ, ਪਸ਼ੂਆਂ ਨੂੰ ਪੰਛੀਆਂ ਨੂੰ ਸਮਝ ਨਹੀਂ ਇੰਨੀ ਦਿੱਤੀ ਪ੍ਰਮਾਤਮਾ ਨੇ। ਗਰੀਬ ਨਵਾਜ ਦੀ ਬਾਣੀ ਦੇ ਵਿੱਚ ਇੱਕ ਬਚਨ ਹੈ, ਮਹਾਰਾਜ ਕਹਿੰਦੇ ਚੌਣੇ ਸੋਇਣਾ ਪਾਈਐ, ਚੁਣ ਚੁਣ ਖਾਵੇ ਘਾਸ। ਚੌਣੇ ਦਾ ਮਤਲਬ ਹੈ ਵੱਗ, ਡੰਗਰਾਂ ਦਾ ਵੱਗ। ਜਿਹੜੇ ਡੰਗਰ ਹਨ, ਪਸ਼ੂ ਹਨ, ਉਹਨਾਂ ਨੂੰ ਸੋਨਾ ਪਾਈ ਜਾਓ। ਤੇ ਮਹਾਰਾਜ ਜੀ ਕਹਿੰਦੇ ਘਾਹ ਪਾਓ। ਘਾਹ ਉਹ ਸੋਨੇ ਦੇ ਵਿੱਚੋਂ ਚੁਣ ਚੁਣ ਕੇ ਖਾ ਲਵੇਗਾ ਪਸ਼ੂ, ਪਰ ਜਿਹੜਾ ਸੋਨਾ ਉਹਨੂੰ ਪ੍ਰਵਾਨ ਨਹੀਂ ਕਰੇਗਾ। ਉਹਦੇ ਭਾਣੇ ਉਹ ਮਿੱਟੀ ਹੈ, ਕਿਉਂਕਿ ਉਹਨੂੰ ਸਮਝ ਨਹੀਂ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਹਿੰਦੇ ਚੌਣੇ ਸੋਨਾ ਪਾਈਏ, ਚੁਣ ਚੁਣ ਖਾਵੇ ਘਾਸ, ਕਿਉਂਕਿ ਉਹਨੂੰ ਸਮਝ ਹੈ ਕੇਵਲ ਘਾਹ ਦੀ। ਜਿਹੜਾ ਪਸ਼ੂ ਹੈ ਉਹ ਮਨ ਤੋਂ ਥੱਲੇ ਜ਼ਿੰਦਗੀ ਬਤੀਤ ਕਰਦਾ ਹੈ। ਤੇ ਸਾਧ ਸੰਗਤ ਜਿਹੜਾ ਮਨ ਦੇ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਦਾ, ਜਿਹਨੂੰ ਸਮਝ ਆ ਗਈ ਉਹਨੂੰ ਮਨੁੱਖ ਆਖੀਦਾ। ਜਿਹਦੇ ਕੋਲ ਮਨ ਹੈ, ਜਿਹਦੇ ਕੋਲ ਸਮਝ ਹੈ, ਜਿਹਦੇ ਕੋਲ ਵਿਚਾਰਾਂ ਨੇ, ਉਸੇ ਨੂੰ ਮਨੁੱਖ ਆਖਿਆ ਗਿਆ। ਇੱਕ ਮਨੁੱਖ ਉਹ ਹੈ ਜਿਹੜਾ ਮਨ ਤੋਂ ਉੱਚਾ ਉੱਠ ਜਾਂਦਾ, ਉਹਨੂੰ ਦੇਵਤਾ ਆਖੀਦਾ। ਉਹ ਬੰਦਗੀ ਕਰਕੇ ਹੀ ਹੋ ਸਕਦਾ ਹੈ। ਮਨ ਤੋਂ ਵੱਡੀਆਂ ਜਿਹੜੀ ਉਚਾਈ ਹੈ, ਦੈਵੀ ਗੁਣ ਜਿਹਨੂੰ ਪ੍ਰਾਪਤ ਹੋ ਜਾਂਦੇ ਹਨ, ਜਿਹੜੇ ਅੱਜ ਮਹਾਰਾਜ ਨੇ ਬਚਨ ਬਖਸ਼ਿਆ, ਉਹ ਦੇਵਤਾ ਹੁੰਦਾ ਹੈ। ਉਹ ਰੱਬ ਦਾ ਰੂਪ, ਰੱਬ ਦੇ ਰੂਪ ਗੁਰੂ ਗਰੀਬ ਨਵਾਜ ਦੀ ਕਿਰਪਾ ਦੇ ਸਦਕਾ ਬੰਦਗੀ ਨਾਲ ਲੱਗ ਕੇ ਹੋ ਸਕਦਾ ਹੈ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੇ ਵਿਆਖਿਆਕਾਰ ਭਾਈ ਸਾਹਿਬ ਜੀ ਨੇ ਬਚਨ ਬਖਸ਼ਿਆ। ਆਪ ਜੀ ਕਹਿੰਦੇ ਹਨ ਰਤਨ ਮਣੀ ਗਲ ਬਾਂਦਰ ਹੈ, ਕਹੋ ਕੀਮ ਨਾ ਜਾਣੈ। ਉਹਨੂੰ ਕੀ ਕੀਮਤ ਦਾ ਪਤਾ। ਫਿਰ ਅਗਲੀ ਪੰਕਤੀ ਆਪ ਜੀ ਕਹਿੰਦੇ ਕੜਛੀ ਸਾਉ ਨਾ ਸੰਭਲੈ, ਭੋਜਨ ਰਸ ਖਾਣੈ। ਕੜਛੀ ਜਿਹੜੀ ਹੈ ਉਹ ਤਰ੍ਹਾਂ ਤਰ੍ਹਾਂ ਦੇ ਖਾਣੇ ਤਿਆਰ ਕਰਦੀ ਹੈ, ਵੰਨ ਸੁਵੰਨੀਆਂ ਭਾਜੀਆਂ ਦੇ ਵਿੱਚ ਫਿਰਦੀ ਹੈ, ਪਤੀਲਿਆਂ ਦੇ ਵਿੱਚ ਘੁੰਮਦੀ ਹੈ, ਪਰ ਕੜਛੀ ਨੂੰ ਸਵਾਦ ਤੇ ਨਹੀਂ ਨਾ ਆਉਂਦਾ। ਕੜਛੀ ਨੂੰ ਸਵਾਦ ਤਾਂ ਕੀ ਪਤਾ ਵੀ ਇਹ ਖੱਟਾ ਬਣਾਇਆ ਹੈ, ਮਿੱਠਾ ਬਣਾਇਆ ਹੈ, ਖੱਟ ਮਿੱਠਾ ਬਣਾਇਆ ਹੈ, ਕੌੜਾ ਬਣਾਇਆ ਹੈ, ਇਹ ਕਿਸ ਤਰ੍ਹਾਂ ਦਾ ਭੋਜਨ ਬਣਿਆ ਹੈ। ਉਹ ਵੱਖਰੇ ਵੱਖਰੇ ਭੋਜਨਾਂ ਨੂੰ ਬਣਾਉਣ ਦੇ ਵਿੱਚ ਸਹਿਯੋਗ ਜ਼ਰੂਰ ਦਿੰਦੀ ਹੈ, ਪਤੀਲਿਆਂ 'ਚ ਘੁੰਮਦੀ ਹੈ, ਪਰ ਉਹਨੂੰ ਸਾਧ ਸੰਗਤ ਭਾਈ ਸਾਹਿਬ ਜੀ ਕਹਿੰਦੇ ਸਵਾਦ ਨਹੀਂ ਪਤਾ ਹੁੰਦਾ। ਫਿਰ ਆਪ ਨੇ ਬਚਨ ਬਖਸ਼ਿਆ ਅਗਲੀ ਪੰਕਤੀ ਆਪ ਕਹਿੰਦੇ ਡੱਡੂ ਚਿੱਕੜ ਵਾਸ ਹੈ, ਕਵਲੇ ਨਾ ਸਿਆਣਾ। ਜਿਹੜਾ ਡੱਡੂ ਹੈ ਉਸ ਚਿੱਕੜ ਦੇ ਵਿੱਚ ਉਹਦਾ ਵਾਸ ਹੁੰਦਾ ਹੈ, ਜਿਸ ਚਿੱਕੜ ਦੇ ਵਿੱਚ ਕੌੜ ਦਾ ਫੁੱਲ ਵੀ ਖਿੜਿਆ ਹੁੰਦਾ ਹੈ। ਕੌੜ ਦਾ ਫੁੱਲ ਚਿੱਕੜ ਦੇ ਵਿੱਚ ਹੈ, ਪਰ ਚਿੱਕੜ ਦੇ ਵਿੱਚ ਰਹਿੰਦਿਆਂ ਹੋਇਆਂ ਕੌੜ ਦਾ ਫੁੱਲ ਚਿੱਕੜ ਤੋਂ ਨਿਰਲੇਪ ਹੈ, ਪਾਣੀ ਤੋਂ ਨਿਰਲੇਪ ਹੈ। ਮਹਾਰਾਜ ਬਾਣੀ 'ਚ ਕਹਿੰਦੇ ਨਾ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੇ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਕੌੜ ਦੇ ਫੁੱਲ ਦੀ ਖਾਸੀਅਤ ਹੈ ਚਿੱਕੜ ਦੇ ਵਿੱਚ ਰਹਿ ਕੇ ਚਿੱਕੜ ਤੋਂ ਉੱਚਾ ਉੱਠ ਕੇ ਰਹਿੰਦਾ ਹੈ, ਨਿਰਲੇਪ ਰਹਿੰਦਾ ਹੈ, ਚਿੱਕੜ ਦੇ ਵਿੱਚ ਆਲੂਦ ਨਹੀਂ ਹੁੰਦਾ ਤੇ ਸਾਧ ਸੰਗਤ ਖੁਸ਼ਬੂਦਾਰ ਉਹਨੂੰ ਫੁੱਲ ਲੱਗਦਾ ਹੈ। ਉਸੇ ਚਿੱਕੜ ਦੇ ਵਿੱਚ ਡੱਡੂ ਹੈ। ਸਾਹਿਬ ਜੀ ਕਹਿੰਦੇ ਜਿਹੜਾ ਡੱਡੂ ਹੈ ਉਹ ਉਹਦੇ ਵਿੱਚੋਂ ਜਾਲਾ ਖਾਂਦਾ ਹੈ, ਗੰਦਗੀ ਖਾਂਦਾ ਹੈ। ਕਵੜ ਦਾ ਫੁੱਲ ਵੀ ਵਿੱਚ ਹੀ ਹੈ ਚਿੱਕੜ ਦੇ, ਪਰ ਡੱਡੂ ਨੂੰ ਇਸ ਗੱਲ ਦੀ ਸੋਝੀ ਨਹੀਂ, ਸਮਝ ਨਹੀਂ। ਫਿਰ ਭਾਈ ਸਾਹਿਬ ਨੇ ਅਗਲੀ ਉਦਾਹਰਨ ਦਿੱਤੀ ਹੈ। ਆਪ ਜੀ ਦਾ ਪਾਵਨ ਉਪਦੇਸ਼ ਹੈ। ਆਪ ਜੀ ਕਹਿੰਦੇ ਹਨ ਇਸੇ ਤਰ੍ਹਾਂ ਨਾਲ ਜਿਹੜਾ ਡੱਡੂ ਹੈ, ਡੱਡੂ ਚਿੱਕੜ ਵਾਸ ਹੈ, ਕਵਲੇ ਨਾ ਸਿਆਣਾ। ਆਪ ਜੀ ਕਹਿੰਦੇ ਨਾਭ ਕਥੂਰੀ ਮਿਰਗ ਦਾ ਫਿਰਦਾ ਹੈਰਾਨਾ। ਜਿਹੜਾ ਮਿਰਗ ਹੈ ਹਿਰਨਾ, ਉਹਦੀ ਨਾਭੀ ਦੇ ਵਿੱਚ ਹੁੰਦੀ ਕਸਤੂਰੀ। ਕਿਸੇ ਕਿਸੇ ਸਾਧ ਸੰਗਤ ਖਾਸ ਜਿਹੜਾ ਮਿਰਗ ਹੈ ਉਹਦੇ ਨਾਭੀ ਦੇ ਵਿੱਚ ਬਣਦੀ ਹੈ ਕੋਈ ਖਾਸ ਸਮੇਂ ਦੇ ਉੱਪਰ।
ਜਦੋਂ ਉਹਨੂੰ ਖੁਸ਼ਬੂ ਆਉਂਦੀ ਹੈ ਉਸ ਕਸਤੂਰੀ ਦੀ, ਤੇ ਉਹ ਜਿਹੜਾ ਹਿਰਨ ਹੈ ਉਹ ਖੁਸ਼ਬੂ ਨੂੰ ਪ੍ਰਾਪਤ ਕਰਨ ਵਾਸਤੇ ਵੀ ਇਹ ਖੁਸ਼ਬੂ ਕਿੱਥੋਂ ਆ ਰਹੀ ਹੈ, ਬੜੇ ਜ਼ੋਰ ਨਾਲ ਦੌੜਦਾ, ਭੱਜਦਾ, ਇੱਧਰ ਉੱਧਰ ਝਾੜੀਆਂ ਵਿੱਚ ਜਾਂਦਾ ਹੈ। ਔਰ ਉਹਨੂੰ ਇਹ ਤੇ ਨਹੀਂ ਨਾ ਪਤਾ ਵੀ ਇਹ ਜਿਹੜੀ ਕਸਤੂਰੀ ਹੈ ਮੇਰੀ ਨਾਭੀ ਦੇ ਵਿੱਚ ਹੀ ਹੈ, ਬਾਹਰੋਂ ਨਹੀਂ ਖੁਸ਼ਬੂ ਆ ਰਹੀ, ਇਹ ਤੇਰੇ ਵਿੱਚ ਹੀ ਹੈ ਘੋੜਿਆਂ, ਤੇਰੀ ਨਾਭੀ ਦੇ ਵਿੱਚ ਹੈ ਕਸਤੂਰੀ, ਸਮਝ ਨਹੀਂ ਉਹਨੂੰ। ਭਾਈ ਸਾਹਿਬ ਜੀ ਕਹਿੰਦੇ ਗੁੱਜਰ ਗੋਰਸ ਵੇਚ ਕੇ ਖਲ ਸੂੜੀ ਆਣਾ, ਜਿਹੜਾ ਗੁੱਜਰ ਹੈ ਗਵਾਲਾ ਉਹ ਵੇਚ ਕੇ, ਆਪ ਜੀ ਕਹਿੰਦੇ ਨੇ ਗੋਰਸ ਭਾਵ ਦੁੱਧ ਵੇਚ ਕੇ ਖਲ ਤੇ ਸੂੜੀ ਲੈ ਆਉਂਦਾ ਹੈ। ਇੰਨੀਆਂ ਉਦਾਹਰਨਾਂ ਦੇ ਕੇ ਆਪ ਨੇ ਸਮਝਾਇਆ। ਆਪ ਜੀ ਕਹਿੰਦੇ ਬੇਮੁਖ ਮੂਲੋਂ ਭੁੱਥਿਆ ਦੁੱਖ ਸਹਿ ਜਮਾਣਾ, ਜਿਹੜਾ ਬੇਮੁਖ ਹੁੰਦਾ ਉਹਦੀ ਨਿਸ਼ਾਨੀ ਹੁੰਦੀ ਮੂਲ ਤੋਂ ਟੁੱਟਾ ਹੁੰਦਾ। ਮੂਲ ਸਾਡਾ ਰੱਬ ਹੈ, ਮੂਲ ਸਾਧ ਸੰਗਤ ਪਰਮਾਤਮਾ ਹੈ ਜਿਹੜਾ ਸੁੱਖਾਂ ਦਾ ਕਾਰਨ ਹੈ। ਉਹ ਤੋਂ ਜਿਹੜਾ ਟੁੱਟ ਗਿਆ ਉਹ ਸੁਖੀ ਨਹੀਂ ਰਹਿ ਸਕਦਾ, ਇਸ ਕਰਕੇ ਬੰਦਗੀ ਦੇ ਵਿੱਚ ਹੀ ਸੁੱਖ ਹੈ। ਭਾਈ ਸਾਹਿਬ ਜੀ ਕਹਿੰਦੇ ਬੇਮੁਖ ਮੂਲੋਂ ਭੁੱਥਿਆ ਦੁੱਖ ਸਹਿ ਜਮਾਣਾ, ਅੰਤ ਨੂੰ ਉਹ ਜਮਾਂ ਦਾ ਡੰਡਾ ਸਿਰ ਦੇ ਉੱਤੇ ਸਹਿਣ ਕਰਦਾ। ਬੇਮੁਖ ਰੱਬ ਤੋਂ ਟੁੱਟਾ, ਮਨ ਦੇ ਪਿੱਛੇ ਚੱਲਣ ਵਾਲਾ, ਉਹਨੂੰ ਮੂਲ ਤੋਂ ਭੁੱਥਾ ਤਾਂ ਆਖਿਆ ਜਿਵੇਂ ਰੁੱਖ ਦਾ ਸਾਧ ਸੰਗਤ ਮੂਲ, ਰੁੱਖ ਦੀ ਜੜ ਜਿਹੜੀ ਹੈ ਉਹਨੂੰ ਵੱਢ ਦਿੱਤਾ ਜਾਏ ਤੇ ਜਿੰਨਾ ਮਰਜ਼ੀ ਪਾਣੀ ਉਹਦੇ ਉੱਤੇ ਛਿੜਕੀ ਜਾਓ ਹਰਾ ਭਰਾ ਰਹਿ ਸਕਦਾ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਹਨ ਸੁੱਖਾਂ ਦਾ ਮੂਲ ਕਾਰਨ ਵਾਹਿਗੁਰੂ ਦਾ ਨਾਮ ਹੈ, ਤੇ ਬੰਦਗੀ ਤੋਂ ਪਰਾਂ ਜਾ ਕੇ ਕੋਈ ਸੁੱਖ ਨਹੀਂ ਪ੍ਰਾਪਤ ਕਰ ਸਕਦਾ। ਇਸ ਕਰਕੇ ਮਹਾਰਾਜ ਨੇ ਬਾਣੀ ਦੇ ਵਿੱਚ ਬਚਨ ਫਰਮਾਏ ਨੇ। ਇੱਕ ਸਾਹਿਬ ਦੀ ਬਾਣੀ ਵਿੱਚ ਪੌੜੀ ਹੈ, ਮਹਾਰਾਜ ਜੀ ਕਹਿੰਦੇ ਹਨ ਜਿਸ ਮਹਾਰਾਜ ਕਹਿੰਦੇ ਨੇ ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁਖ, ਜਿਹਨੂੰ ਤੂੰ ਚਿੱਤ ਆਵੇਂ, ਚਿੱਤ ਦਾ ਮਤਲਬ ਜਿਹਦੇ ਚੇਤੇ ਵਿੱਚ ਵਸ ਗਿਆ ਵਾਹਿਗੁਰੂ, ਸਾਡੇ ਚੇਤੇ ਵਿੱਚੋਂ ਨਿਕਲਿਆ ਹੋਇਆ ਨਾ ਉਹ ਸਾਡੇ ਜਿਹੜਾ ਵਾਹਿਗੁਰੂ ਹੈ ਉਹਦੇ ਅਸੀਂ ਚੇਤੇ ਵਿੱਚ ਹਾਂ। ਮਹਾਰਾਜ ਨੇ ਬਾਣੀ ਚ ਆਖਿਆ ਐਸਾ ਹਰ ਕਿਸ ਮਤ ਅਸੀਂ ਸੋਚ ਨਹੀਂ ਸਕਦੇ, ਮਤ ਕਿਤੇ ਸੋਚੀਏ ਤੇ ਇਸ ਭੁਲੇਖੇ ਵਿੱਚ ਰਹੀਏ ਵੀ ਚੇਤੇ ਚੋਂ ਨਿਕਲ ਗਏ ਹੋਵਾਂਗੇ ਵਾਹਿਗੁਰੂ ਦੇ। ਰੱਬ ਕਿਹੜਾ ਵੇਂਦਾ ਹੈ? ਪਰ ਮਹਾਰਾਜ ਦੀ ਬਾਣੀ ਵਿੱਚ ਜ਼ਿਕਰ ਹੈ ਵੀ ਰੱਬ ਤੇ ਵੇਂਦਾ ਹੈ, ਜਿਹਨੇ ਤੈਨੂੰ ਸਾਜਿਆ ਸਵਾਰਿਆ ਬਣਾਇਆ ਉਹ ਵੇਂਦਾ ਹੈ, ਹਰ ਵਕਤ ਵੇਂਦਾ ਹੈ। ਭਾਵੇਂ 100 ਜਿੰਦਰਾ ਲਾ ਕੇ ਪਿੱਛੇ ਕਾਲ ਕੋਠੜੀ ਦੇ ਵਿੱਚ ਲੁੱਕ ਕੇ ਬਹਿ ਜਾ, ਮਹਾਰਾਜ ਦੀ ਬਾਣੀ ਹੈ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ, ਉਹਦੇ ਚਿੱਤੇ ਵਿੱਚ ਹੈ ਸੂਖਮ ਜੀਵ, ਵੱਡੇ ਤੋਂ ਵੱਡਾ ਜੀਵ ਜੋ ਉਹਨੇ ਬਣਾਇਆ ਹੈ, ਜੀਵ ਬਣਾਇਆ, ਜਾਨਵਰ ਬਣਾਇਆ, ਜੋ ਵੀ ਬਣਾਇਆ, ਭਾਵੇਂ ਜਾਨਦਾਰ ਚੀਜ਼ ਹੈ ਭਾਵੇਂ ਬੇਜਾਨ ਹੈ, ਜੋ ਪਰਮਾਤਮਾ ਨੇ ਬਣਾਇਆ ਸਭ ਕੁਝ ਉਹਦੇ ਚਿੱਤ ਦੇ ਵਿੱਚ ਹੈ। ਹਾਲਾਂਕਿ ਸਾਹਿਬ ਨੇ ਬਾਣੀ ਵਿੱਚ ਆਖਿਆ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਪਰਮਾਤਮਾ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ। ਇੱਕ ਬ੍ਰਹਮੰਡ ਦੇ ਵਿੱਚ ਸਾਧ ਸੰਗਤ ਸਾਇੰਸ ਕਹਿੰਦੀ ਹੈ ਅਨੇਕਾਂ ਸੂਰਜ ਅਨੇਕਾਂ ਚੰਦਰਮਾ ਹੁੰਦੇ ਹਨ, ਬਹੁਤ ਸਾਰੇ ਤਾਰੇ ਸਿਤਾਰੇ ਹੁੰਦੇ ਨੇ। ਫਿਰ ਇਹ ਤੇ ਇੱਕ ਗਲੈਕਸੀ ਹੈ, ਫਿਰ ਅੱਗੇ ਵੇਖ ਲਓ ਕਰੋੜਾਂ ਮਹਾਰਾਜ ਨੇ ਬ੍ਰਹਮੰਡਾਂ ਦਾ ਜ਼ਿਕਰ ਕੀਤਾ ਜਿਹਦਾ ਅੰਤ ਨਹੀਂ। ਜਿਸ ਵਾਹਿਗੁਰੂ ਦੇ ਪਸਾਰੇ ਦਾ, ਜਿਸ ਕੁਦਰਤ ਦੇ ਕਾਦਰ ਦੇ ਪਸਾਰੇ ਦਾ ਅੰਤ ਨਹੀਂ, ਉਹ ਕਾਦਰ ਸਾਰਿਆਂ ਨੂੰ ਆਪਣੇ ਚੇਤੇ ਵਿੱਚ ਰੱਖਦਾ, ਉਹਦੇ ਚੇਤੇ ਤੋਂ ਬਾਹਰ ਕੋਈ ਨਹੀਂ। ਜੇ ਚੇਤੇ ਵਿੱਚੋਂ ਨਿਕਲਿਆ ਪਰਮਾਤਮਾ ਤੇ ਉਹ ਮਨੁੱਖ ਦੇ ਚੇਤੇ ਵਿੱਚੋਂ ਨਿਕਲਿਆ, ਤੇ ਜੇ ਚੇਤੇ ਵਿੱਚ ਆ ਜਾਏ ਸਾਹਿਬ ਜੀ ਦਾ ਬਚਨ ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁਖ, ਉਹਦੀ ਜ਼ਿੰਦਗੀ ਦੇ ਵਿੱਚ ਸੁਖ ਪ੍ਰਵੇਸ਼ ਕਰ ਜਾਂਦੇ ਜਿਹਦੇ ਤੂੰ ਚੇਤੇ ਵਿੱਚ ਆ ਜਾਏ। ਚੇਤੇ ਵਿੱਚ ਆਉਣ ਦਾ ਮਤਲਬ ਹੁੰਦਾ ਸਾਧ ਸੰਗਤ ਯਾਦਾਂ ਦਾ ਹਿੱਸਾ ਬਣ ਜਾਣਾ। ਚੇਤੇ ਵਿੱਚ ਆਉਣ ਦਾ ਮਤਲਬ ਹੈ ਜਿਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਸਿਮਰਨ ਕਰਨਾ। ਬੰਦਾ ਇੱਕ ਸਾਧ ਸੰਗਤ ਸਿਮਰਨ ਵਾਹਿਗੁਰੂ ਦਾ ਹੀ ਨਹੀਂ ਕਰਦਾ, ਰੱਬ ਦਾ ਹੀ ਨਹੀਂ ਕਰਦਾ, ਬਾਕੀ ਦੇ ਸਿਮਰਨੇ ਦੇ ਚੱਲਦੇ ਰਹਿੰਦੇ ਨੇ ਇਹਦੀ ਸਿਮਰਤੀ ਦੇ ਵਿੱਚ। ਧੀਆਂ ਪੁੱਤ ਨਹੀਂ ਇਹਨੂੰ ਭੁੱਲਦੇ, ਕਾਰੋਬਾਰ ਨਹੀਂ ਭੁੱਲਦਾ। ਸਾਧ ਸੰਗਤ ਇਹ ਬੰਦੇ ਨੂੰ ਗੱਲਾਂ ਕਰਨੀਆਂ ਵੀ ਨਹੀਂ ਭੁੱਲਦੀਆਂ, ਬੜੇ ਚਸਕਿਆਂ ਨਾਲ ਸਵਾਦ ਲੈ ਲੈ ਕੇ ਗੱਲਾਂ ਕਰਦਾ। ਮਾਫ ਕਰਨਾ ਮਹਾਰਾਜ ਨੇ ਬਾਣੀ ਚ ਆਖਿਆ ਰੱਬ ਨਹੀਂ ਤੇਰੇ ਚੇਤੇ। ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਸੁਖੀ ਹੋਣਾ ਤੇ ਉਹਨੂੰ ਚੇਤੇ ਵਿੱਚ ਲੈ ਆ। ਗਰੀਬ ਨਵਾਜ ਦਾ ਬਚਨ ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁਖ, ਜਿਸ ਤੂੰ ਆਵੇਂ ਚਿੱਤ ਤਿਸ ਜਮ ਨਹੀਂ ਦੁੱਖ। ਉਹਨੂੰ ਜਮਾਂ ਦਾ ਦੁੱਖ ਆ ਹੀ ਨਹੀਂ ਸਕਦਾ, ਜਮ ਉਹਦੇ ਨੇੜੇ ਆ ਹੀ ਨਹੀਂ ਸਕਦਾ।
ਜਿਹਦੇ ਚੇਤੇ ਵਿੱਚ ਵਾਹਿਗੁਰੂ ਹੈ। ਫਿਰ ਅਗਲੀ ਪੰਕਤੀ ਹੈ, ਸਭ ਕਹਿੰਦੇ ਜਿਸ ਤੂੰ ਆਵੇਂ ਚਿੱਤੋ ਤਿਸ ਕੇ ਕਾੜਿਆ। ਕਾੜਿਆ ਦਾ ਮਤਲਬ ਕੱਢਣਾ, ਤੇ ਕੱਢਣ ਦਾ ਅਰਥ ਹੁੰਦਾ ਸਾਧ ਸੰਗਤ ਚਿੰਤਾ। ਜਿਹੜੀ ਚਿੰਤਾ ਨਾ ਉਹ ਕੱਢਦੀ ਹੈ, ਬੰਦੇ ਨੂੰ ਦੁਖੀ ਕਰਦੀ ਹੈ। ਜਿਵੇਂ ਸਿਆਣਿਆਂ ਨੇ ਆਖਿਆ, ਚਿੰਤਾ ਜਿਹੜੀ ਚਿਖਾ ਬਰਾਬਰ, ਉਹ ਇਸ ਤਰ੍ਹਾਂ ਸਮਝ ਲਓ ਵੀ ਜਿਵੇਂ ਲੱਕੜ ਨੂੰ ਘੁਣ ਲੱਗ ਗਿਆ, ਅੰਦਰੋਂ ਅੰਦਰੀ ਉਹਨੂੰ ਖਾ ਖਾ ਕੇ ਥੋਥਾ ਕਰ ਦਿੰਦਾ। ਚਿੰਤਾ ਨਹੀਂ ਛੱਡਦੀ। ਚਿੰਤਾ ਜਿਹੜੀ ਹੈ ਉਹ ਸਾਧ ਸੰਗਤ ਇਹਨੂੰ ਅੱਗ ਵੀ ਨਹੀਂ ਕਹਿ ਸਕਦੇ ਤੇ ਬੁਝੀ ਹੋਈ ਵੀ ਨਹੀਂ ਕਹਿ ਸਕਦੇ। ਇਹ ਧੁਖਣ ਧੁਖਦੀ ਹੈ। ਜਿਵੇਂ ਜਿਹੜਾ ਸਾਧ ਸੰਗਤ ਧੂਣਾ ਲੱਗਦਾ ਹੈ ਨਾ, ਕਿਸੇ ਚੀਜ਼ ਨੂੰ ਅੱਗ ਲੱਗੀ ਹੋਈ ਹੈ, ਪਰ ਉਹਨੂੰ ਇਹ ਨਹੀਂ ਆਖਾਂਗੇ ਅੱਗ ਲੱਗੀ ਹੋਈ ਹੈ, ਧੁਖਣਾ। ਇਸ ਤਰ੍ਹਾਂ ਨਾਲ ਚਿੰਤਾ ਜਿਹੜੀ ਹੈ ਉਹ ਇਨਸਾਨ ਨੂੰ ਖਤਮ ਕਰਦੀ ਹੈ ਅੰਦਰੋਂ ਅੰਦਰੀ। ਤੇ ਗਰੀਬ ਨਵਾਜ ਕਹਿੰਦੇ ਚਿੰਤਾ ਦੇ ਰੋਗ ਤੋਂ ਵੀ ਉਹ ਬਚ ਜਾਂਦਾ ਹੈ। ਜਿਸ ਤੂੰ ਆਵੇਂ ਚਿੱਤ ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿੱਤਰ, ਜਿਸ ਦਾ ਕਰਤਾ ਮਿੱਤਰ, ਤਿਨ ਸਭ ਕਾਜ ਸਵਾਰਿਆ। ਜਿਸ ਦਾ ਵਾਹਿਗੁਰੂ ਮਿੱਤਰ ਹੈ, ਫਿਰ ਉਹਦੇ ਕਾਰਜ ਉਹ ਆਪ ਸਵਾਰਦਾ। ਮਹਾਰਾਜ ਜੀ ਕਹਿੰਦੇ ਜਿਸ ਤੂੰ ਆਵੇਂ ਚਿੱਤ ਸੋ ਪ੍ਰਵਾਨ ਜਾਨੋ। ਉਹ ਕਿਹੜਾ ਜਿਹੜਾ ਵਾਹਿਗੁਰੂ ਦੇ ਘਰ ਪ੍ਰਵਾਨ ਹੋ ਗਿਆ। ਵਾਹਿਗੁਰੂ ਦੇ ਘਰ ਜਿਹਨੂੰ ਪ੍ਰਵਾਨਗੀ ਮਿਲ ਗਈ, ਪਰਮਾਤਮਾ ਦੇ ਘਰ ਦੇ ਵਿੱਚ ਜਿਹੜਾ ਭਾਗ ਗਿਆ। ਇਹ ਬੜੀ ਵੱਡੀ ਗੱਲ ਹੈ ਸਾਧ ਸੰਗਤ। ਜਿਹੜਾ ਅੱਜ ਦਾ ਹੁਕਮ ਆਇਆ ਉਹ ਵੀ ਇਸ ਤਰ੍ਹਾਂ ਹੀ ਹੈ, ਭਾਂਡਾ ਅੱਛਾ ਸੋਏ ਜੋ ਤਿਸ ਭਾਗ ਸੀ। ਇਹ ਬਹੁਤ ਵੱਡੀ ਗੱਲ ਹੈ। ਸਤਿਗੁਰੂ ਨੂੰ ਚੰਗੇ ਲੱਗਣਾ, ਸਤਿਗੁਰੂ ਨੂੰ ਭਾ ਜਾਣਾ। ਇਹ ਮੰਨ ਲਓ ਜਿਹੜਾ ਜ਼ਿੰਦਗੀ ਦੇ ਵਿੱਚ ਇਹ ਕਮਾ ਗਿਆ ਵੀ ਮੈਂ ਆਪਣੇ ਸਤਿਗੁਰੂ ਨੂੰ ਭਾ ਜਾਵਾਂ, ਇਸ ਤਰ੍ਹਾਂ ਦੀ ਆਸ ਵੀ ਹੋਣੀ ਚਾਹੀਦੀ, ਅਰਦਾਸ ਵੀ ਹੋਣੀ ਚਾਹੀਦੀ। ਕਾਸ਼ ਮੈਂ ਆਪਣੇ ਸਤਿਗੁਰੂ ਨੂੰ ਭਾ ਜਾਵਾਂ। ਦੁਨੀਆ ਨੂੰ ਤੇ ਅਸੀਂ ਭਾ ਗਏ, ਇੱਕ ਸਾਧ ਸੰਗਤ ਗੁਰੂ ਨੂੰ ਨਹੀਂ ਪਾਏ। ਜੇ ਕਿਤੇ ਸਤਿਗੁਰੂ ਨੂੰ ਭਾ ਜਾਏ ਗੁਰੂ ਦਾ ਸਿੱਖ, ਤੇ ਪਿੱਛੇ ਰਹਿ ਕੀ ਗਿਆ? ਸਭ ਕੁਝ ਤੇ ਮਿਲ ਗਿਆ। ਇਸ ਕਰਕੇ ਮਹਾਰਾਜ ਦੀ ਬਾਣੀ ਸਾਹਿਬ ਜੀ ਕਹਿੰਦੇ ਜਿਸ ਤੂੰ ਆਵੇਂ ਚਿੱਤ ਸੋ ਪ੍ਰਵਾਨ ਜਾਨੋ। ਜਿਸ ਤੂੰ ਆਵੇਂ ਚਿੱਤ ਬਹੁਤਾ ਤਿਸ ਧਨ। ਜਿਸ ਤੂੰ ਆਵੇਂ ਚਿੱਤ ਸੋ ਵੱਡ ਪਰਵਾਰਿਆ। ਜਿਸ ਤੂੰ ਆਵੇਂ ਚਿੱਤ ਤਿੰਨ ਕੁੱਲ ਉਧਾਰਿਆ। ਉਹਦੀਆਂ ਕੁੱਲਾਂ ਦਾ ਹੀ ਉਧਾਰ ਹੋ ਜਾਂਦਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਅੱਜ ਦੇ ਬਚਨ ਵਿੱਚ ਇਹ ਸਾਧ ਸੰਗਤ ਬਖਸ਼ਿਸ਼ ਕਰ ਰਹੇ ਨੇ। ਸੁਖ ਨਹੀਂ ਹੈ ਬੰਦਗੀ ਤੋਂ ਬਿਨਾਂ। ਇੱਕ ਨਾ ਪੁਰਾਣਾ ਗ੍ਰੰਥ ਹੈ, ਉਹਦੇ ਵਿੱਚ ਕਹਾਣੀਆਂ ਲਿਖੀਆਂ ਨੇ ਤੇ ਆਤਮਿਕ ਜੀਵਨ ਨੂੰ ਪ੍ਰਦਾਨ ਕਰਨ ਵਾਲੀਆਂ ਕਹਾਣੀਆਂ ਨੇ, ਰੂਹਾਨੀ ਜੀਵਨ ਪ੍ਰਦਾਨ ਕਰਨ ਵਾਲੀਆਂ, ਸਮਝ ਦੇਣ ਵਾਲੀਆਂ। ਉਹ ਗ੍ਰੰਥ ਦਾ ਨਾਮ ਹੈ ਪੰਚਦਸੀ। ਉਹਦੇ ਵਿੱਚ ਇੱਕ ਕਹਾਣੀ ਹੈ ਸਾਧ ਸੰਗਤ। ਉਹਨਾਂ ਲਿਖਿਆ ਵੀ ਇੱਕ ਦੁਕਾਨਦਾਰ ਸੀ ਬਾਣੀਆ। ਉਹਦੀ ਦੁਕਾਨ ਬੜੀ ਚੱਲਦੀ ਸੀ ਤੇ ਉਹ ਦੁਕਾਨ ਦੇ ਨਾਲ ਉਹਦਾ ਨੇਹ ਬੜਾ ਪੈ ਗਿਆ, ਪਿਆਰ ਬੜਾ ਪੈ ਗਿਆ। ਦੁਕਾਨ ਜੋਗਾ ਹੀ ਸੀ ਦਿਨ ਰਾਤ। ਇਹ ਹੁੰਦਾ ਮਤਲਬ ਵੀ ਇਹਦਾ ਅਰਥ ਇਹ ਨਿਕਲਦਾ ਵੀ ਕੰਮਕਾਜ ਜੋਗਾ ਹੀ ਹੈ, ਕਾਰੋਬਾਰ ਜੋਗਾ ਹੀ ਹੈ। ਦਿਨ ਰਾਤ ਕੁਸ ਕੇ ਮਰਨਾ, ਇਹ ਕੋਈ ਇਨਸਾਨੀਅਤ ਨਹੀਂ। ਮਾਫ ਕਰਨਾ ਵੀ ਤਵੇ ਪਰਾਤ ਦੇ ਉੱਤੇ ਜ਼ਿੰਦਗੀ ਖਲੋਤੀ ਹੈ। ਖਾ ਲਿਆ ਸੌਂ ਲਿਆ, ਖਾ ਲਿਆ ਸੌਂ ਲਿਆ। ਇਹ ਮਨੁੱਖਾਂ ਵਾਲਾ ਕੰਮ ਤੇ ਨਹੀਂ। ਸਾਧ ਸੰਗਤ ਸੌਂਦੇ ਤੇ ਆਰਾਮ ਕਰਦੇ ਤੇ ਪਸ਼ੂ ਤੇ ਜਾਨਵਰ ਵੀ ਨੇ, ਖਾਂਦੇ ਉਹ ਵੀ ਨੇ। ਫਿਰ ਪਸ਼ੂ ਤੇ ਮਨੁੱਖ ਵਿੱਚ ਕੀ ਫਰਕ ਹੋਇਆ? ਇਸ ਤਰ੍ਹਾਂ ਨਾਲ ਉਹਦੀ ਜ਼ਿੰਦਗੀ ਇੱਥੇ ਖਲੋਤੀ ਸੀ ਦੁਕਾਨ ਦੇ ਉੱਪਰ। ਬਸ ਉਹ ਕਮਾਉਂਦਾ ਸੀ, ਦਿਨ ਰਾਤ ਕਮਾਉਂਦਾ ਸੀ। ਹੌਲੀ ਹੌਲੀ ਦੁਕਾਨ ਜ਼ਿਆਦੀ ਲੱਗ ਪਈ ਚੱਲਣ। ਤੇ ਮਹਾਰਾਜ ਨੇ ਇਹ ਨਹੀਂ ਆਖਿਆ ਵੀ ਤੂੰ ਕਮਾਈ ਨਾ ਕਰ। ਬਾਬਾ ਨਾਨਕ ਜੀ ਨੇ ਸਾਧ ਸੰਗਤ ਇਹ ਨਹੀਂ ਆਖਿਆ ਕਮਾਈ ਨਾ ਕਰ। ਬਕਾਇਦਾ ਮਹਾਰਾਜ ਦੀ ਬਾਣੀ ਇਹ ਕਹਿੰਦੀ ਹੈ ਵੀ ਕਮਾਈ ਕਰ, ਕਿਰਤ ਕਰ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਸੰਧਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਜੇ ਤੈਨੂੰ ਗੁਰੂ ਚਿੱਤੇ ਹੈ, ਜੇ ਕੰਮ ਕਾਜ ਜਿਵੇਂ ਦੁਕਾਨ ਤੇ ਬੈਠਾ ਬਾਣੀ ਪੜ੍ਹੇ, ਇੱਕ ਤੇ ਸਾਧ ਸੰਗਤ ਮਨ ਨੂੰ ਠੰਡ ਪਵੇਗੀ, ਦੂਸਰਾ ਕਾਰੋਬਾਰ ਵੀ ਚੰਗਾ ਚੱਲੇਗਾ। ਬਸ ਇਹੀ ਹੈ ਵੀ ਬਾਣੀ ਦਾ ਜਪ ਘੱਟੋ ਘੱਟ ਦਸਵੰਧ ਤੇ ਕੱਢ ਸਮੇਂ ਦਾ। ਉਹ ਜਿਹੜਾ ਬਾਣੀਆ ਸੀ ਕੇਵਲ ਦੁਕਾਨ ਜੋਗਾ ਸੀ। ਪੰਚਦਸੀ ਦੇ ਵਿੱਚ ਲਿਖਿਆ ਦਿਨ ਰਾਤ ਉਹ ਦੁਕਾਨਦਾਰੀ ਦੇ ਵਿੱਚ ਲੱਗਾ ਰਹਿੰਦਾ ਤੇ ਉਹਨੂੰ ਖਾਣ ਦਾ ਵੀ ਸਮਾਂ ਨਾ ਮਿਲਦਾ। ਉਹ ਰੋਟੀ ਵੀ ਨਾ ਚੰਗੀ ਤਰ੍ਹਾਂ ਖਾਂਦਾ। ਫਿਰ ਕਈ ਵਾਰ ਰਾਤ ਨੂੰ ਗਾਹਕ ਲੇਟ ਤੱਕ ਆਈ ਜਾਣੇ, ਦੇਰ ਰਾਤ ਤੱਕ ਦੁਕਾਨ ਬੰਦ ਕਰਨੀ, ਕਈ ਵਾਰ ਦੁਕਾਨ ਦੇ ਵਿੱਚ ਹੀ ਸੌ ਜਾਣਾ। ਫਿਰ ਅੱਗੇ ਲਿਖਿਆ ਵੀ ਇੱਕ ਵਾਰੀ ਨਾ ਉਹ ਜਿਹੜਾ ਸਾਧ ਸੰਗਤ ਦੁਕਾਨਦਾਰ ਸੀ ਬਾਣੀਆ ਬਿਮਾਰ ਹੋ ਗਿਆ।
ਜਦੋਂ ਬਿਮਾਰ ਹੋ ਗਿਆ ਤੇ ਮਾੜੀ ਮੋਟੀ ਰੋਗ ਦਾ ਉਹਨੇ ਪਰਵਾਹ ਨਾ ਕੀਤੀ। ਜਦੋਂ ਬਿਮਾਰੀ ਵੱਧ ਗਈ ਤੇ ਉਹਦੇ ਜਿਹੜੇ ਪੁੱਤ ਸਨ ਉਹਨੂੰ ਮੰਜੇ ਦੇ ਉੱਤੇ ਪਾ ਕੇ ਦੁਕਾਨ ਦੇ ਵਿੱਚੋਂ ਘਰ ਲੈ ਆਏ। ਘਰ ਆਇਆ ਵੈਦ, ਹਕੀਮ ਜੀ ਆਏ, ਵੈਦ ਜੀ ਆਏ। ਉਹਨਾਂ ਨੇ ਆ ਕੇ ਨਾੜ ਵੇਖੀ, ਨਬਜ ਵੇਖੀ, ਹਿਸਾਬ ਕਿਤਾਬ ਲਾਇਆ ਤੇ ਇਹਦੇ ਪੁੱਤਾਂ ਨੂੰ ਆਖਿਆ ਵੀ ਸਾਨੂੰ ਉਮੀਦ ਨਹੀਂ ਹੈ ਕਿ ਸੇਠ ਜੀ ਹੁਣ ਜਿਉਂਦੇ ਰਹਿਣਗੇ। ਕਹਿੰਦੇ ਬੜੀ ਔਖੀ ਗੱਲ ਹੋ ਗਈ, ਮੰਜੇ ਦੇ ਉੱਤੇ ਪਾਇਆ ਹੋਇਆ, ਅਖੀਰਲੀਆਂ ਜ਼ਿੰਦਗੀ ਦੀਆਂ ਘੜੀਆਂ ਗਿਣ ਰਿਹਾ। ਤੇ ਵੇਖੋ ਕਿੰਨੀ ਸਿੱਖਿਆਦਾਇਕ ਗਾਥਾ ਹੈ। ਫਿਰ ਅੱਗੇ ਲਿਖਿਆ ਵੀ ਉਹ ਆਪਣੀ ਘਰਵਾਲੀ ਵੱਲ ਵੇਖ ਕੇ ਕਹਿੰਦਾ ਪੁੱਤਰ ਕਿੱਥੇ ਹੈ ਰਮੇਸ਼ ਕੁਮਾਰ। ਉਹ ਕਹਿੰਦੀ ਤੁਸੀਂ ਰਾਮ ਰਾਮ ਕਰੋ, ਤੁਹਾਡੇ ਸੱਜੇ ਬੰਨੇ ਖਲੋਤਾ, ਚਿੰਤਾ ਨਾ ਕਰੋ, ਤੁਸੀਂ ਰਾਮ ਰਾਮ ਕਰੋ, ਜੋ ਪਰਮਾਤਮਾ ਦਾ ਨਾਮ ਜਪਣ ਦਾ ਤੁਹਾਡਾ ਫਰਜ਼ ਬਣਦਾ ਹੈ। ਉਹਨੇ ਸੱਜੇ ਬੰਨੇ ਧੌਣ ਕਮਾਈ, ਵੇਖਿਆ ਰਮੇਸ਼ ਜਿਹੜਾ ਕੁਮਾਰ ਖਲੋਤਾ ਹੋਇਆ। ਰਮੇਸ਼ ਕੁਮਾਰ ਨੂੰ ਸੰਬੋਧਨ ਹੋ ਕੇ ਉਹ ਕਹਿੰਦਾ ਬਾਣੀਆ, ਉਹ ਕਹਿੰਦਾ ਦੁਕਾਨਦਾਰ, ਉਹਦਾ ਜਿਹਦਾ ਧਿਆਨ ਬਿਲਕੁਲ ਬਿਜ਼ਨਸ ਦੇ ਵਿੱਚ ਹੀ ਸੀ ਦਿਨ ਰਾਤ। ਉਹ ਕਹਿੰਦਾ ਪੁੱਤਰ ਰਾਮਚੰਦਰ ਪੁੱਤਰ ਕਿੱਥੇ ਹੈ? ਉਹ ਕਹਿੰਦਾ ਜੀ ਤੁਹਾਡੇ ਖੱਬੇ ਬੰਨੇ ਹੈ, ਤੁਸੀਂ ਗੁਰੂ ਗੁਰੂ ਕਰੋ, ਤੁਹਾਡਾ ਅੰਤ ਸਮਾਂ ਆ ਗਿਆ ਹੈ। ਉਹਨੇ ਖੱਬੇ ਬੰਨੇ ਧੌਣ ਕਮਾਈ, ਖੱਬੇ ਬੰਨੇ ਧੌਣ ਕਮਾ ਕੇ ਸਾਧ ਸੰਗਤ ਉਹ ਆਪਣੇ ਦੂਜੇ ਪੁੱਤਰ ਰਾਮਚੰਦਰ ਨੂੰ ਪੁੱਛਦਾ ਹੈ ਵੀ ਰਾਮਚੰਦਰ ਪੁੱਤਰ ਪ੍ਰਕਾਸ਼ ਚੰਦ ਕਿੱਥੇ ਹੈ ਤੀਸਰਾ ਪੁੱਤ? ਉਹ ਕਹਿੰਦਾ ਜੀ ਚਿੰਤਾ ਨਾ ਕਰੋ, ਸਾਰੇ ਇੱਥੇ ਨੇ ਤੁਹਾਡੇ, ਵੇਖੋ ਪੈਰਾਂ ਵੱਲ ਖਲੋਤਾ ਹੈ। ਉਹਨੇ ਔਖਾ ਹੋ ਕੇ ਤਾਂ ਨੂੰ ਜਦੋਂ ਸਿਰ ਚੁੱਕਣ ਦੀ ਕੋਸ਼ਿਸ਼ ਕੀਤੀ, ਘਰਵਾਲੀ ਨੇ ਥੱਲੇ ਸਾਧ ਸੰਗਤ ਉਹਦੀ ਧੌਣ ਦੇ ਸਹਾਰਾ ਦਿੱਤਾ। ਸਿਰ ਉਹਨੇ ਚੁੱਕਿਆ ਤੇ ਵੇਖਿਆ ਪੈਰਾਂ ਵਾਲੇ ਬੰਨੇ ਜਿਹੜਾ ਸਾਧ ਸੰਗਤ ਤੀਸਰਾ ਪੁੱਤਰ ਹੈ ਉਹ ਹੀ ਨਹੀਂ ਖਲੋਤਾ, ਨਾਲ ਰਮਨ ਕੁਮਾਰ ਚੌਥਾ ਪੁੱਤ ਵੀ ਖਲੋਤਾ ਹੈ। ਤੇ ਕਹਾਣੀ ਦੇ ਵਿੱਚ ਲਿਖਿਆ ਵੀ ਉਹ ਅੱਗ ਭਗੂੜਾ ਹੋ ਗਿਆ, ਉਹਨੂੰ ਗੁੱਸਾ ਆ ਗਿਆ, ਕ੍ਰੋਧ ਦੇ ਨਾਲ ਲਾਲ ਪੀਲਾ ਹੋ ਗਿਆ। ਤੇ ਉਹਨੇ ਚਾਹਾਂ ਪੁੱਤਰਾਂ ਨੂੰ ਦੇ ਵਿੱਚ ਆਪਣੀ ਘਰਵਾਲੀ ਨੂੰ ਡਾਂਟਦਿਆਂ ਹੋਇਆ ਆਖਿਆ ਕੰਭਗਤੋ, ਚਾਰੇ ਦੇ ਚਾਰੇ ਇੱਥੇ ਖਲੋਤੇ ਹੋ, ਦੁਕਾਨ ਦੇ ਉੱਤੇ ਕੌਣ ਹੈ? ਸਾਧ ਸੰਗਤ ਜਦੋਂ ਇਹੋ ਜਿਹਾ ਬੰਦਾ ਅੱਖਾਂ ਮੀਟ ਜਾਏ ਤੇ ਦੱਸੋ ਕੀ ਉਮੀਦ ਹੈ ਅੱਗੇ ਜਾ ਕੇ ਸੁੱਖ ਪਾ ਸਕਦਾ? ਇਸ ਕਰਕੇ ਇਕੱਲਾ ਧਨ ਨੂੰ ਕੀ ਕਰਨਾ ਹੈ? ਜੇ ਧਨ ਦੇ ਕੋਲ ਹੈ ਪਰ ਧਨ ਨਾਲ ਸਭ ਕੁਝ ਮਿਲਦਾ ਵੀ ਨਹੀਂ। ਧਨ ਨਾਲ ਦਵਾਈ ਖਰੀਦੀ ਜਾ ਸਕਦੀ, ਦੇਹ ਰੋਗ ਤੱਕ ਨਹੀਂ ਨਾ ਮਿਲਦੀ। ਧਨ ਦੇ ਨਾਲ ਐਨਕਾਂ ਖਰੀਦੀਆਂ ਜਾ ਸਕਦੀਆਂ, ਵਧੀਆ ਤੋਂ ਵਧੀਆ ਖਰੀਦ ਲਵਾਂਗੇ, ਨਜ਼ਰ ਤੇ ਨਹੀਂ ਨਾ ਖਰੀਦੀ ਜਾ ਸਕਦੀ। ਧਨ ਦੇ ਨਾਲ ਸਾਧ ਸੰਗਤ ਚੰਗਾ ਵਧੀਆ ਬਿਸਤਰਾ, ਵਧੀਆ ਘਰ ਖਰੀਦਿਆ ਜਾ ਸਕਦਾ, ਪਰ ਜਿਹੜਾ ਸੁੱਖ ਹੈ ਉਹ ਨਹੀਂ ਖਰੀਦਿਆ ਜਾ ਸਕਦਾ। ਗੱਲ ਇਹ ਹੈ ਸੱਚੇ ਪਾਤਸ਼ਾਹ ਜੀ ਬਚਨ ਜੋ ਫਰਮਾ ਰਹੇ ਹਨ ਕਿ ਭੁੱਲੀਏ ਜੀਵ ਇਸਤਰੀਏ, ਤੈਨੂੰ ਰੱਬ ਭੁੱਲ ਗਿਆ। ਜੇ ਪਰਮਾਤਮਾ ਭੁੱਲ ਗਿਆ ਤੇ ਤੈਨੂੰ ਸੁੱਖ ਨਹੀਂ ਮਿਲ ਸਕਦਾ। ਸਭ ਕਹਿੰਦੇ ਪਿਰ ਰਲੀਆ ਰਸ ਮਾਣ ਸੀ, ਸਾਚ ਸ਼ਬਦ ਸੁਖ ਨੇਹ। ਪਿਰ ਦੇ ਨਾਲ ਰਲੀਆਂ ਤਾਂ ਮਾਣੇਗੀ, ਕਹਿੰਦੇ ਜੇ ਗੁਰੂ ਦਾ ਸ਼ਬਦ ਚੇਤੇ ਹੈ, ਜੇ ਪਰਮਾਤਮਾ ਦੇ ਪਿਆਰ ਦੇ ਵਿੱਚ ਤੂੰ ਮਸਤ ਹੈ ਤਾਂ ਤੂੰ ਪਿਆਰੇ ਪਰਮਾਤਮਾ ਦੇ ਨਾਲ ਰਲੀਆਂ ਮਾਣੇਗੀ ਤੇ ਸੁਖ ਪ੍ਰਾਪਤ ਕਰੇਂਗੀ। ਪਿਰ ਪਰਦੇਸੀ ਜੇਤੀ ਹੈ ਤਨ ਵਾਂਡੀ ਚੁਰੇ। ਜੇ ਆਪ ਜੀ ਕਹਿੰਦੇ ਪਤਨੀ ਨੂੰ ਛੱਡ ਕੇ ਪਤੀ ਪਰਦੇਸ ਚਲੇ ਜਾਏ, ਦੂਰ ਚਲੇ ਜਾਏ ਤੇ ਉਹ ਝੂਰਦੀ ਹੈ, ਚਿੰਤਾ ਦੇ ਵਿੱਚ ਚਲੇ ਜਾਂਦੀ ਹੈ। ਇਸੇ ਤਰ੍ਹਾਂ ਜਿਉਂ ਜਲ ਥੋੜਾ ਹੈ ਮਛਲੀ ਕਰਨ ਪਲਾਹ ਕਰੇ। ਕਰਨ ਪਲਾਹ ਦਾ ਮਤਲਬ ਹੁੰਦਾ ਤਰਲੇ ਲੈਣੇ। ਜਿਵੇਂ ਥੋੜਾ ਜਿਹਾ ਪਾਣੀ ਹੋਵੇ ਤੇ ਮੱਛੀ ਉਹਦੇ ਵਿੱਚ ਤਰਲੇ ਲੈਂਦੀ ਹੈ ਆਪਣੀ ਜਾਨ ਨੂੰ ਬਚਾਉਣ ਵਾਸਤੇ। ਇਸ ਤਰ੍ਹਾਂ ਪਿਰ ਭਾਵੈ ਸੁਖ ਪਾਈਐ ਜਾਂ ਆਪੇ ਨਦਰ ਕਰੇ। ਆਪ ਜੀ ਕਹਿੰਦੇ ਜੇ ਪਿਰ ਨੂੰ ਭਾ ਜਾਏ, ਵਾਹਿਗੁਰੂ ਨੂੰ ਭਾ ਜਾਏ ਕੋਈ ਜੀਵ ਤੇ ਉਹਨੂੰ ਆਪਣੀ ਬੰਦਗੀ ਦੇ ਵਿੱਚ ਲਾ ਲਵੇ, ਉਹੀ ਸੁਖ ਪਾ ਸਕਦਾ। ਵਰਨਾ ਦੁਨੀਆ ਵਿੱਚ ਕਿਸੇ ਵੀ ਕੰਮ ਦੇ ਅੰਦਰ, ਕਿਸੇ ਪਦਾਰਥ ਦੇ ਵਿੱਚ ਕੁਝ ਵੀ ਪ੍ਰਾਪਤ ਕੀਤਿਆਂ ਸੁਖ ਨਹੀਂ ਮਿਲ ਸਕਦਾ। ਸੁਖ ਕੇਵਲ ਬੰਦਗੀ ਦੇ ਅੰਦਰ ਹੈ। ਸਾਹਿਬ ਜੀ ਨੇ ਇਹ ਉਪਦੇਸ਼ ਆਪਾਂ ਨੂੰ ਦਿੱਤਾ ਹੈ। ਗਰੀਬ ਨਵਾਜ ਕਿਰਪਾ ਕਰਨ, ਮਹਾਰਾਜ ਦਾ ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ। ਹੋਈਆਂ ਬੇਅੰਤ ਭੁੱਲਾਂ ਗਲਤੀਆਂ ਲਈ ਖਿਮਾ ਹੁਣ ਆਪ ਜੀ ਦੇ ਸਨਮੁਖ। ਬਹੁਤ ਹੀ ਜਿਨ੍ਹਾਂ ਦੇ ਉੱਤੇ ਮਹਾਰਾਜ ਦੀ ਕਿਰਪਾ, ਬੜੀ ਰਸੀਲੀ ਆਵਾਜ਼ ਦੇ ਮਾਲਕ ਨੇ ਭਾਈ ਪ੍ਰਿਥੀਪਾਲ ਸਿੰਘ ਜੀ ਲੁਧਿਆਣੇ ਵਾਲੇ। ਆਓ ਜੀ ਉਹਨਾਂ ਪਾਸੋਂ ਸਾਹਿਬਾਂ ਦੀ ਬਾਣੀ ਦਾ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ